हेलो एवरीवन, सत श्री अकाल साਰਿਆਂ ਨੂੰ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 9th ਕਲਾਸ ਦੀ ਬੁੱਕ ਵੈਲਕਮ ਲਾਈਫ ਤੇ ਉਹਦਾ 5ਵਾਂ ਚੈਪਟਰ ਕ੍ਰੀਏਟਿਵ ਥਿੰਕਿੰਗ। ਇਹਨੂੰ ਪੰਜਾਬੀ 'ਚ ਆਪਾਂ ਕਹਿ ਸਕਦੇ ਹਾਂ ਰਚਨਾਤਮਕ ਸੋਚ, ਕੁਝ ਵੱਖਰਾ ਸੋਚਣਾ। ਸ਼ੁਰੂ ਕਰਦੇ ਹਾਂ ਇਹ ਪਾਠ ਕੰਸਟਰਕਟਿਵ ਥਿੰਕਿੰਗ, ਯਾਨੀ ਕਿ ਕੁਝ ਵਧੀਆ ਬਣਾਉਣ ਦੀ ਸੋਚ ਰੱਖਣਾ, ਕੁਝ ਵਧੀਆ ਵੱਖਰਾ ਕਰਨ ਦੀ ਸੋਚ ਰੱਖਣਾ। शुरू करते हैं। डियर स्टूडेंट्स, क्रिएटिव थिंकिंग इज द बेसिस ऑफ ह्यूमन लाइफ। प्यारे विद्यार्थियों, रचनात्मक सोच मनुखी जीवन का आधार है। A student with creative thinking does his her work in a unique, useful and significant way। रचनात्मक सोच वाला जिहड़ा विद्यार्थी है वो अपना काम ਵੱਖਰੇ ਤਰੀਕੇ ਦੇ ਨਾਲ ਕਰਦਾ ਹੈ, ਦਿਮਾਗ ਲਾ ਕੇ ਕਰਦਾ ਹੈ ਤੇ ਮਹੱਤਵਪੂਰਨ ਤਰੀਕੇ ਦੇ ਨਾਲ ਉਹਨੂੰ ਖਤਮ ਕਰਦਾ ਹੈ। ਲੁਕਿੰਗ ਅਫਰੈਸ਼ ਐਟ ਸਮਥਿੰਗ, ਕਿਸੇ ਚੀਜ਼ ਨੂੰ ਨਵੇਂ ਸਿਰੇ ਤੋਂ ਦੇਖਣਾ। ਐਂਡ ਕ੍ਰੀਏਟਿੰਗ ਨਿਊ ਸਟਫ ਬਾਈ ਫਾਈਂਡਿੰਗ ਨਿਊ ਪੋਸੀਬਿਲਿਟੀਜ਼, ਅਤੇ ਉਸ ਦੇ ਵਿੱਚ ਨਵੀਆਂ ਸੰਭਾਵਨਾਵਾਂ ਲੱਭ ਕੇ ਉਸ ਨੂੰ ਨਵੇਂ ਸਿਰੇ ਤੋਂ ਬਣਾਉਣਾ, ਉਹਨੂੰ ਸ਼ੁਰੂ ਕਰਨਾ। ਇਨ ਇਟ ਇਜ਼ ਦ ਰਿਜ਼ਲਟ ਆਫ ਕ੍ਰੀਏਟਿਵ ਥਿੰਕਿੰਗ। ਇਸ ਨੂੰ ਹੀ ਆਪਾਂ ਕਹਿੰਦੇ ਆ ਰਚਨਾਤਮਕ ਸੋਚ। ਫॉर एग्जाम्पल, समटाइम्स some food is spared at home। ਉਦਾਹਰਨ ਦੇ ਤੌਰ ਤੇ ਕਈ ਵਾਰ ਘਰ ਦੇ ਵਿੱਚ ਭੋਜਨ ਜਿਹੜਾ ਹੈ ਕੁਝ ਬਚ ਜਾਂਦਾ ਹੈ। Our mother mixes leftover bread, vegetables and lentils, ਦਾਲਾਂ, to make tasty ਪਰਾਂਠਾਸ। ਜੋ ਖਾਣਾ ਬਚ ਜਾਂਦਾ ਹੈ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡੇ ਮਾਤਾ ਜੀ ਬਚੀ ਹੋਈ ਰੋਟੀ, ਸਬਜ਼ੀਆਂ ਤੇ ਦਾਲਾਂ ਨੂੰ ਮਿਲਾ ਕੇ ਇੱਕ ਸਵਾਦਿਸ਼ਟ ਪਰਾਂਠਾ ਬਣਾ ਦਿੰਦੇ ਹੈ ਕਿ ਨਹੀਂ। ਇਟ ਇਜ਼ ਅ ਰਿਜ਼ਲਟ ਆਫ ਕ੍ਰੀਏਟਿਵ ਥਿੰਕਿੰਗ, ਤੇ ਇਹ ਰਚਨਾਤਮਕ ਸੋਚ ਦਾ ਹੀ ਨਤੀਜਾ ਹੈ। ਨੇਚਰ ਅਰਾਊਂਡ ਅਸ ਇਜ਼ ਕ੍ਰੀਏਟਿੰਗ ਸਮਥਿੰਗ ਨਿਊ ਐਂਡ ਬਿਊਟੀਫੁਲ ਐਵਰੀ ਮੋਮੈਂਟ। ਸਾਡੇ ਆਲੇ ਦੁਆਲੇ ਜਿਹੜੀ ਕੁਦਰਤ ਹੈਗੀ ਹੈ ਉਹ ਹਰ ਪਲ ਕੁਝ ਨਵਾਂ ਤੇ ਕੁਝ ਸੁੰਦਰ ਜਿਹੜਾ ਹੈ ਉਹਦੀ ਸਿਰਜਣਾ ਕਰ ਰਹੀ ਹੈ, ਉਹ ਬਣਾ ਰਹੀ ਹੈ। New leaves are appearing on the branches of tree, ਜਿਵੇਂ ਕਿ ਰੁੱਖਾਂ ਦੀਆਂ ਟਹਿਣੀਆਂ ਉੱਤੇ ਨਵੇਂ-ਨਵੇਂ ਪੱਤੇ ਤੁਹਾਨੂੰ ਦਿਖਾਈ ਦਿੰਦੇ ਨੇ। They are full of fruits and flowers, ਉਹ ਫੁੱਲਾਂ ਤੇ ਫਲਾਵਰਸ ਦੇ ਨਾਲ, ਜਿਹਨੂੰ ਫੁੱਲ ਕਹਿੰਦੇ ਨੇ ਜਾਂ ਫਰੂਟਸ ਜਿਹਨੂੰ ਆਪਾਂ ਫਲ ਕਹਿੰਦੇ ਨੇ, ਉਹਨਾਂ ਨਾਲ ਭਰੇ ਹੋਏ ਨੇ। The rotation of the sun and the earth and the movement of the shadows back and forth, ਕਹਿਣ ਦਾ ਮਤਲਬ ਧਰਤੀ ਅਤੇ ਸੂਰਜ ਦਾ ਘੁੰਮਣਾ ਫਿਰਨਾ ਤੇ ਪਰਛਾਈਆਂ ਦਾ ਅੱਗੇ ਪਿੱਛੇ ਨੂੰ ਹੋਣਾ। ਐਵਰੀ ਮੋਮੈਂਟ ਸਮਥਿੰਗ ਇਜ਼ ਬੀਇੰਗ ਕ੍ਰੀਏਟਿਡ, ਹਰ ਪਲ ਕੁਝ ਨਾ ਕੁਝ ਸਿਰਜਿਆ ਜਾ ਰਿਹਾ, ਬਣਾਇਆ ਜਾ ਰਿਹਾ, ਬੇਸ਼ੱਕ ਉਹ ਪਰਛਾਵੇਂ ਦੀ ਤਰੀਕੇ ਨਾਲ ਹੋਏ ਜਾਂ ਪਰਛਾਵੇਂ ਦਾ ਉਦਾਹਰਨ ਹੋਏ ਜਾਂ ਸੂਰਜ ਘੁੰਮ ਰਿਹਾ ਹੈ, ਮਤਲਬ ਸੂਰਜ ਦੇ ਆਲੇ ਦੁਆਲੇ ਧਰਤੀ ਘੁੰਮ ਰਹੀ ਹੈ। ਸੂਰਜ ਤਾਂ ਸਥਿਰ ਹੈਗਾ, ਇਹ ਦੱਸਿਆ ਗਿਆ ਰੋਟੇਸ਼ਨ ਆਫ ਦ ਸਨ, ਬਟ ਐਕਚੁਅਲੀ ਜਿਹੜਾ ਸਨ ਹੈਗਾ, ਸੂਰਜ ਹੈ, ਉਹ ਸਥਿਰ ਹੈਗਾ ਏਦਾਂ। ਉਹਦੇ ਆਲੇ ਦੁਆਲੇ ਜਿਹੜੀ ਧਰਤੀ ਹੈ ਉਹ ਚੱਕਰ ਲਾ ਰਹੀ ਹੈ, ਜਿਹਦੇ ਕਰਕੇ ਪਰਛਾਵੇਂ ਬਣ ਰਹੇ ਨੇ, ਨਵੀਂ ਨਵੀਂ ਚੀਜ਼ਾਂ ਆ ਰਹੀਆਂ ਨੇ। ਹਾਈ ਮਾਊਂਟੇਨਸ, ਉੱਚੇ ਪਹਾੜ। ਸਰੀਨ ਲੇਕਸ, ਯਾਨੀ ਕਿ ਸ਼ਾਂਤ ਝੀਲਾਂ। ਸਿੰਗਿੰਗ ਵਾਟਰਫਾਲਸ, ਗਾਉਣ ਵਾਲੇ ਜਿਹੜੇ ਝਰਨੇ ਨੇ, ਕਿਉਂਕਿ ਆਵਾਜ਼ ਆਉਂਦੀ ਹੈ ਪਾਣੀ ਦੀ ਜਦੋਂ ਥੱਲੇ ਨੂੰ ਡਿੱਗਦਾ ਹੈ। flowing rivers and much more are the creation of nature, ਜਿਹੜੀਆਂ ਵਗਦੀਆਂ ਜਿਹੜੀਆਂ ਨਦੀਆਂ ਹੈਗੀਆਂ ਨੇ ਤੇ ਹੋਰ ਬਹੁਤ ਕੁਝ ਕੁਦਰਤ ਦੀ ਰਚਨਾ ਹੈਗੀ ਹੈ। we too are nature's creation, ਤੇ ਅਸੀਂ ਵੀ ਕੁਦਰਤ ਦੀ ਰਚਨਾ ਹੈਗੇ ਆ। we can also create a lot by ourselves, ਅਸੀਂ ਆਪਣੇ ਆਪ ਵਿੱਚ ਹੀ ਬਹੁਤ ਕੁਝ ਬਣਾ ਸਕਦੇ ਆ। Nature has given us infinite powers, ਕੁਦਰਤ ਨੇ ਸਾਨੂੰ ਬੇਅੰਤ ਸ਼ਕਤੀਆਂ ਦਿੱਤੀਆਂ ਨੇ, ਕੁਝ ਸੋਚਣ ਦੀ, ਕੁਝ ਬਣਾਉਣ ਦੀ, ਤਰੱਕੀ ਕਰਨ ਦੀ। ਹੁਣ ਇੱਥੇ ਐਕਟੀਵਿਟੀ ਦਿੱਤੀ ਹੋਈ ਹੈ। Not only our country but the whole world sees students with creative thinking like you। ਨਾ ਕੇਵਲ ਸਾਡਾ ਦੇਸ਼, ਸਗੋਂ ਪੂਰੀ ਦੁਨੀਆ ਤੁਹਾਡੇ ਵਰਗੇ ਜਿਹੜੇ ਨੌਜਵਾਨ ਹੈਗੇ ਨੇ, ਵਿਦਿਆਰਥੀ ਹੈਗੇ ਨੇ, ਉਹਨਾਂ ਵਿੱਚ ਰਚਨਾਤਮਕ ਸੋਚ ਦੇਖਦੀ ਹੈ ਕਿ ਉਹ ਦੇਸ਼ ਨੂੰ, ਰਾਜ ਨੂੰ ਆਪਣੇ ਅੱਗੇ ਲੈ ਕੇ ਜਾਣਗੇ। ਹੁਣ ਇੱਥੇ ਕਿਹਾ ਗਿਆ there are two maps of Punjab in front of you। ਪੰਜਾਬ ਦੇ ਦੋ ਨਕਸ਼ੇ ਨੇ ਤੁਹਾਡੇ ਸਾਹਮਣੇ, ਤੁਹਾਨੂੰ ਦਿਖਾਈ ਦੇ ਰਿਹਾ, ਇੱਕ ਇਹ ਨਕਸ਼ਾ ਹੈਗਾ ਤੇ ਇੱਕ ਇਹ ਤੋਂ
ਥੱਲੇ ਬਣਾਇਆ ਹੋਇਆ ਇਹ ਨਕਸ਼ਾ ਹੈਗਾ। ਅਸੀਂ ਕੀ ਕਰਨਾ ਹੈ ਇਹਦੇ ਵਿੱਚ, in the first picture draw or write in the map what the present scenario of Punjab, what you see today। ਹੁਣ ਪਹਿਲੇ ਨਕਸ਼ੇ ਤੇ ਤੁਸੀਂ ਇਹ ਜੀ ਤਸਵੀਰ ਬਣਾਣੀ ਹੈ ਅੱਜ ਦੇ ਪੰਜਾਬ ਦੀ, ਜੋ ਤੁਸੀਂ ਮਾਹੌਲ ਹਾਲਾਤ ਦੇਖਦੇ ਹੋ, ਤੁਸੀਂ ਇਹਦੇ ਤੇ ਲਿਖਣਾ। In the second picture, ਦੂਜੀ ਤਸਵੀਰ 'ਚ draw and ਜਾਂ ਫਿਰ ਤੁਸੀਂ ਬਣਾ ਸਕਦੇ ਹੋ or write about the scene you imagine। ਜਾਂ ਤਾਂ ਤੁਸੀਂ ਲਿਖਣਾ ਹੈ ਜਾਂ ਤੁਸੀਂ ਬਣਾਉਣਾ ਹੈ ਉਹ ਤਸਵੀਰ ਨੂੰ, ਉਹ ਦ੍ਰਿਸ਼ ਜੋ ਤੁਸੀਂ ਕਲਪਨਾ ਕਰਦੇ ਹੋ and wish to see our future ਪੰਜਾਬ, ਜਿਹੜਾ ਆਉਣ ਵਾਲਾ ਪੰਜਾਬ ਹੈ ਉਸ ਦੇ ਵਿੱਚ ਤੁਸੀਂ ਕੀ ਦੇਖਦੇ ਹੋ ਉਹਦੇ ਬਾਰੇ ਤੁਸੀਂ ਲਿਖਣਾ। ਤੇ ਇਹਦੇ ਵਿੱਚ ਮੈਂ ਇੱਥੇ ਲਿਖਿਆ ਵੀ ਹੁਣ ਦਾ ਜਿਹੜਾ ਪੰਜਾਬ ਹੈ ਉੱਥੇ ਖੇਤ ਹੈਗੇ ਨੇ, ਫਾਰਮਸ ਹੈਗੇ ਨੇ, ਲੈਸ ਫੈਕਟਰੀਜ਼, ਜ਼ਿਆਦਾ ਤਰੱਕੀ ਨਹੀਂ ਹੋਈ ਅਜੇ, ਹੋ ਰਹੀ ਹੈਗੀ ਹੈ, ਪਰ ਜਿਹੜੀਆਂ ਫੈਕਟਰੀਆਂ ਨੇ, ਕਾਰਖਾਨੇ ਨੇ ਉਹ ਘੱਟ ਨੇ। ਕਿਡਸ ਗੋਇੰਗ ਅਬਰੋਡ, ਯਾਨੀ ਬੱਚੇ ਜਿਹੜੇ ਹੈਗੇ ਨੇ ਉਹ ਜ਼ਿਆਦਾ ਚਾਹ ਰੱਖਦੇ ਨੇ ਵਿਦੇਸ਼ ਵੱਲ ਨੂੰ ਜਾਣ ਦਾ। ਹੁਣ ਆਉਣ ਵਾਲਾ ਜਿਹੜਾ ਪੰਜਾਬ ਹੈ ਉਹਦੇ ਵਿੱਚ ਮੈਂ ਲਿਖਿਆ ਪੀਸਫੁਲ ਸੋਸਾਇਟੀ, ਯਾਨੀ ਸ਼ਾਂਤੀਪੂਰਵਕ ਸਮਾਜ ਜਿੱਥੇ ਸਾਰੇ ਪਿਆਰ ਨਾਲ ਰਹਿ ਰਹੇ ਹੋਣ, ਫਾਰਮਸ ਖੇਤ ਹੋਣਗੇ, ਮੋਰ ਡਿਵੈਲਪਮੈਂਟ ਹੋਰ ਵਿਕਾਸ ਹੋਏਗਾ, ਤਰੱਕੀ ਹੋਊਗੀ, ਮੋਰ ਫੈਕਟਰੀਜ਼ ਇੰਡਸਟਰੀਜ਼ ਹੋਰ ਜ਼ਿਆਦਾ ਉਦਯੋਗ ਆਣਗੇ, ਫੈਕਟਰੀਜ਼ ਆਣਗੀਆਂ, ਮੋਰ ਐਡੂਕੇਟਿਡ ਯੂਥ ਯਾਨੀ ਪੜ੍ਹੇ ਲਿਖੇ ਨੌਜਵਾਨ ਹੋਣਗੇ, ਮੋਰ ਇੰਪਲੋਇਮੈਂਟ ਤੇ ਜਿਹੜੇ ਪੜ੍ਹੇ ਲਿਖੇ ਨੌਜਵਾਨ ਨੇ ਜਾਂ ਉੱਦਾਂ ਵੀ ਹੈਗਾ ਉਹਨਾਂ ਨੂੰ ਜ਼ਿਆਦਾ ਨੌਕਰੀਆਂ ਵੀ ਮਿਲਣਗੀਆਂ। ਇੱਥੇ ਇੱਕ ਹੋਰ ਗੱਲ ਕਹੀ ਗਈ ਹੈ, ਇਨ ਆਰ ਵਿਲੇਜ, ਸਾਡੇ ਪਿੰਡ ਵਿੱਚ ਵੇਸਟ ਵਾਟਰ ਗੈਟਸ ਕਲੈਕਟਡ ਇਨ ਅ ਪੌਂਡ ਆਫਟਰ ਡੋਮੈਸਟਿਕ ਯੂਜ਼, ਘਰੇਲੂ ਵਰਤੋਂ ਤੋਂ ਬਾਅਦ ਜਿਹੜਾ ਗੰਦਾ ਪਾਣੀ ਹੈਗਾ ਉਹ ਇੱਕ ਛੱਪੜ ਦੇ ਵਿੱਚ ਇਕੱਠਾ ਹੋ ਜਾਂਦਾ ਹੈ। ਆ ਤੁਸੀਂ ਦੇਖ ਰਹੇ ਹੋ, this water is not used for any useful purpose, ਤੇ ਇਸ ਪਾਣੀ ਦੀ ਵਰਤੋਂ ਕਿਸੇ ਲਾਭਦਾਇਕ ਕੰਮ ਲਈ ਨਹੀਂ ਕੀਤੀ ਜਾਂਦੀ। Can we make this water useful, ਕਿ ਆਪਾਂ ਇਸ ਪਾਣੀ ਨੂੰ ਯੂਜ਼ ਦੇ ਵਿੱਚ, ਇਸਤੇਮਾਲ ਦੇ ਵਿੱਚ ਲੈ ਕੇ ਆ ਸਕਦੇ ਹਾਂ ਕਿਸੇ ਤਰੀਕੇ, ਔਰ suggest some alternative for it, ਜਾਂ ਤਾਂ ਯੂਜ਼ ਦੇ ਵਿੱਚ ਲੈ ਕੇ ਆਓ ਜਾਂ ਇਸ ਦੇ ਬਦਲੇ ਕੋਈ ਸੁਝਾਅ ਦਿਓ ਵੀ ਇਦਾਂ ਕੀਤਾ ਜਾ ਸਕਦਾ ਹੈ। ਰਾਈਟ 10 ਲਾਈਨਸ ਅਬਾਊਟ ਇਟ, ਇਹਦੇ ਬਾਰੇ ਤੁਸੀਂ 10 ਲਾਈਨਾਂ ਲਿਖਣੀਆਂ ਨੇ। ਇਹਦਾ ਆਨਸਰ ਮੈਂ ਇੱਥੇ ਲਿਖਿਆ ਹੈ, ਬਾਈ ਇੰਸਟਾਲਿੰਗ ਅ ਵਾਟਰ ਟ੍ਰੀਟਮੈਂਟ ਪਲਾਂਟ ਇਨ ਦ ਵਿਲੇਜ, ਪਿੰਡ ਦੇ ਵਿੱਚ ਵਾਟਰ ਟ੍ਰੀਟਮੈਂਟ ਪਲਾਂਟ ਲਗਾ ਕੇ, ਯਾਨੀ ਜਿਹਦੇ ਵਿੱਚ ਪਾਣੀ ਨੂੰ ਆਪਾਂ ਗੰਦਗੀ ਤੋਂ ਦੂਰ ਕਰ ਸਕਦੇ ਹਾਂ। ਡੋਮੈਸਟਿਕ ਵਾਟਰ ਆਫ ਦ ਵਿਲੇਜ ਕੈਨ ਬੀ ਟ੍ਰੀਟਡ, ਜਿਹੜਾ ਘਰੇਲੂ ਪਾਣੀ ਹੈਗਾ ਉਹਨੂੰ ਆਪਾਂ ਠੀਕ ਕਰ ਸਕਦੇ ਹਾਂ। ਐਂਡ ਦੈਨ ਯੂਜ਼ ਟੂ ਗਰੋ ਵੈਜੀਟੇਬਲਸ ਐਂਡ ਫਲਾਵਰਸ, ਤੇ ਫਿਰ ਉਸ ਪਾਣੀ ਨੂੰ ਆਪਾਂ ਸਬਜ਼ੀਆਂ ਜਾਂ ਫੁੱਲ ਉਗਾਉਣ ਦੇ ਲਈ ਉਸਦੀ ਵਰਤੋਂ ਕਰ ਸਕਦੇ ਹਾਂ। ਇਟ ਵਿਲ ਸੇਵ ਅ ਲੋਟ ਆਫ ਵਾਟਰ, ਇਸ ਨਾਲ ਬਹੁਤ ਸਾਰਾ ਪਾਣੀ ਵੀ ਬਚੇਗਾ, ਬਿਮਾਰੀਆਂ ਵੀ ਘੱਟ ਹੋਣਗੀਆਂ। ਐਂਡ ਮਨੀ ਕੈਨ ਬੀ ਅਰਨਡ ਐਜ਼ ਵੈਲ ਬਾਈ ਸੈਲਿੰਗ ਫਲਾਵਰਸ ਐਂਡ ਵੈਜੀਟੇਬਲਸ ਇਨ ਦ ਮਾਰਕੀਟ, ਤੇ ਉਹ ਜਿਹੜੇ ਆਪਾਂ ਫੁੱਲ ਉਗਾਏ ਸੀ, ਸਬਜ਼ੀਆਂ ਉਗਾਈਆਂ ਸੀ, ਉਹਨੂੰ ਵੇਚ ਕੇ ਆਪਾਂ ਕਮਾਈ ਕਰ ਸਕਦੇ ਹਾਂ, ਪੈਸੇ ਵੀ ਕਮਾ ਸਕਦੇ ਹਾਂ। ਅੱਗੇ ਚੱਲਦੇ ਹਾਂ, ਇੱਕ ਹੋਰ ਕੁਐਸਚਨ ਇੱਥੇ ਦਿੱਤਾ ਹੋਇਆ 4th, ਡੀਅਰ ਸਟੂਡੈਂਟਸ, ਪਿਆਰੇ ਵਿਦਿਆਰਥੀਓ, from today onwards we will bring creativity in our work by changing our vision। ਅੱਜ ਤੋਂ ਅਸੀਂ ਆਪਣੀ ਦ੍ਰਿਸ਼ਟੀ ਨੂੰ, ਆਪਣੀ ਸੋਚ ਨੂੰ ਬਦਲ ਕੇ ਆਪਣੇ ਕੰਮ ਦੇ ਵਿੱਚ ਰਚਨਾਤਮਕ ਸੋਚ ਜਿਹੜੀ ਹੈਗੀ ਉਹਨੂੰ ਲੈ ਕੇ ਆਵਾਂਗੇ। We will decorate our home, study room, classroom, school, etc। ਅਸੀਂ ਆਪਣੇ ਘਰ ਨੂੰ, ਆਪਣੇ ਕਮਰੇ ਨੂੰ ਜਿੱਥੇ ਆਪਾਂ ਪੜ੍ਹਦੇ ਹਾਂ, ਆਪਣੇ ਕਲਾਸਰੂਮ ਨੂੰ, ਸਕੂਲ ਨੂੰ ਆਦਿ ਨੂੰ ਸਜਾਵਾਂਗੇ। ਐਂਡ ਵਿਲ ਬ੍ਰਿੰਗ ਨਿਊਨੈਸ ਐਂਡ ਯੂਨੀਕਨੈਸ ਇਨ ਐਵਰੀ ਟਾਸਕ, ਤੇ ਆਪਾਂ ਹਰ ਕੰਮ ਦੇ ਵਿੱਚ ਨਵੀਂ ਚੀਜ਼, ਵੱਖਰੀ ਚੀਜ਼ ਲੈ ਕੇ ਆਵਾਂਗੇ। You have to decorate your textbooks and notebooks with beautiful covers। ਤਾਂ ਸਭ ਤੋਂ ਪਹਿਲਾ ਕੰਮ ਜੋ ਤੁਸੀਂ ਕਰਨਾ ਉਹ ਇਹ ਹੈਗਾ ਵੀ ਆਪਣੀਆਂ ਪਾਠ ਪੁਸਤਕਾਂ ਤੇ ਨੋਟਬੁੱਕ ਨੂੰ ਸੁੰਦਰ ਕਵਰ ਦੇ ਨਾਲ ਸਜਾਉਣਾ ਹੈ। ਉਹਦੇ ਤੇ ਤੁਸੀਂ ਸ਼ੀਟ ਕੱਟ ਕੇ ਲਾ ਸਕਦੇ ਹੋ, ਵੇਸਟ ਪੇਪਰ ਦਾ ਇਸਤੇਮਾਲ ਕਰ ਸਕਦੇ ਹੋ। You have to show all your creativity in the form of beautiful thoughts and beautiful pictures on the covers। ਤੁਹਾਨੂੰ ਕਵਰ ਤੇ ਸੁੰਦਰ ਵਿਚਾਰ, ਸੁੰਦਰ ਤਸਵੀਰਾਂ ਦੇ ਰੂਪ ਵਿੱਚ ਆਪਣੀ ਸਾਰੀ ਜਿਹੜੀ ਰਚਨਾਤਮਕ ਸੋਚ ਹੈਗੀ ਹੈ ਉਹਨੂੰ ਦਰਸਾਉਣਾ ਹੈ। Next week we will check your work and the best work will be appreciated। ਤੇ ਅਗਲੇ ਹਫਤੇ ਅਸੀਂ ਤੁਹਾਡੇ ਕੰਮ ਦੀ ਜਾਂਚ ਕਰਾਂਗੇ, ਦੇਖਾਂਗੇ, ਤੇ ਸਭ ਤੋਂ ਵਧੀਆ ਜਿਹੜਾ ਕੰਮ ਹੈਗਾ ਉਹਨੂੰ ਸਰਾਹਿਆ ਜਾਏਗਾ, ਯਾਨੀ ਉਹਦੀ ਤਾਰੀਫ ਕੀਤੀ ਜਾਏਗੀ।
Apart from this, you will create something new by waste material at home. ਤੇ ਇਸ ਤੋਂ ਇਲਾਵਾ ਤੁਸੀਂ ਘਰ ਵਿੱਚ ਰਹਿੰਦਾ ਖੁੰਦਾ ਜੋ ਵੀ ਸਮਾਨ ਹੁੰਦਾ ਹੈ, ਜਿਹਨੂੰ ਆਪਾਂ ਵੇਸਟ ਕਹਿੰਦੇ ਆ, ਜਿਹਨੂੰ ਆਪਾਂ ਸਿੱਟਣਾ ਹੀ ਹੁੰਦਾ ਹੈ, ਉਹਦੇ ਨਾਲ ਕੁਝ ਨਵੀਂ ਚੀਜ਼ ਬਣਾ ਕੇ ਲੈ ਕੇ ਆਓਗੇ and bring it to the school to show it to all the students. ਤੇ ਉਹਨੂੰ ਤੁਸੀਂ ਸਕੂਲ ਦੇ ਵਿੱਚ ਲੈ ਕੇ ਆਓਗੇ ਤੇ ਸਾਰੇ ਬੱਚਿਆਂ ਨੂੰ ਦਿਖਾਓਗੇ. Which changes would you like to bring in your life with the help of creative thinking? ਹੁਣ ਇੱਥੇ ਪੁੱਛਿਆ ਗਿਆ ਹੈ ਵੀ ਰਚਨਾਤਮਕ ਸੋਚ ਦੀ ਮਦਦ ਨਾਲ ਤੁਸੀਂ ਆਪਣੇ ਜੀਵਨ ਵਿੱਚ ਕਿਹੜੀਆਂ ਤਬਦੀਲੀਆਂ ਲਿਆਉਣੀਆਂ ਚਾਹੋਗੇ? ਇਹਦਾ ਆਨਸਰ ਮੈਂ ਇੱਥੇ ਲਿਖਿਆ ਹੈ, by creative thinking I can do a lot of things like decorate my room. ਰਚਨਾਤਮਕ ਸੋਚ ਨਾਲ ਮੈਂ ਬਹੁਤ ਸਾਰੀਆਂ ਚੀਜ਼ਾਂ ਕਰ ਸਕਦੀ ਹਾਂ, ਜਿਵੇਂ ਕਿ ਆਪਣੇ ਕਮਰੇ ਨੂੰ ਸਜਾਉਣਾ, find new ways to work effectively, ਨਵੇਂ ਤਰੀਕੇ ਲੱਭਣਾ ਤਾਂ ਕਿ ਪ੍ਰਭਾਵਸ਼ਾਲੀ ਤਰੀਕੇ ਵੱਖਰੇ ਢੰਗ ਦੇ ਨਾਲ ਮੈਂ ਕੰਮ ਕਰ ਸਕਾਂ, effectively and differently, discover new talents, ਆਪਣੇ ਨਵੇਂ ਹੁਨਰ ਨੂੰ ਪਛਾਣਨਾ, and become true to myself, ਤੇ ਆਪਣੇ ਆਪ ਨੂੰ ਸੱਚਾਈ ਨਾਲ ਦੇਖਣਾ, by exploring new ideas and thoughts, ਸੱਚਾਈ ਨਾਲ ਦੇਖਣਾ, ਆਪਣੇ ਨਵੇਂ ਵਿਚਾਰਾਂ ਨੂੰ ਦੇਖਣਾ ਵੀ ਉਹਨਾਂ ਬਾਰੇ ਸੋਚਣਾ ਵੀ ਇਹਨੂੰ ਇਦਾਂ ਵੀ ਕੀਤਾ ਜਾ ਸਕਦਾ ਹੈ, ਵਿਚਾਰ ਨੂੰ ਬਦਲਣਾ। ਠੀਕ ਹੈ, ਤੇ ਇਹ ਸੀਗੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਸਮਝ ਆ ਗਿਆ ਹੋਵੇਗਾ। ਹੁਣ ਆਪਾਂ ਅਗਲੀ ਕਲਾਸ ਦੇ ਵਿੱਚ ਮਿਲਾਂਗੇ, ਪਰ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਟਿਲ ਦੈਨ ਟੇਕ ਕੇਅਰ, ਬਾਏ ਬਾਏ।